ਇਕਨੋਮਿਕਸ ਦੀ ਵੀਡੀਓ ਨੂੰ ਕੰਟੀਨਿਊ ਕਰਦੇ ਅੱਜ ਅਸੀਂ ਪੜਾਂਗੇ ਰੈਵਨਿਊ ਸੀਟਸ। ਰੈਵਨਿਊ ਸੀਟਸ ਬੇਟਾ ਕੀ ਹੁੰਦੀਆਂ ਵਾ? Those are seats which occur as revenue to government under its budget and which neither create any liability for government nor reduce any asset of the government। हाँ जी, ਰੈਵਨਿਊ ਸੀਟਸ ਬੇਟਾ ਉਹ ਐਸਟ ਉਹ ਆਮਦਨ ਹੁੰਦੀ ਹੈ ਸਰਕਾਰ ਦੀ ਜਿਹੜੀ ਕਿ ਨਾ ਤਾਂ ਕੋਈ ਦੇਣਦਾਰੀ ਉਤਪੰਨ ਕਰਦੀ ਹੈ ਸਰਕਾਰ ਲਈ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹ ਸੰਪਤੀ 'ਚ ਘਾਟਾ ਕਰਦੀ ਹੈ। ਠੀਕ ਆ, ਇਹਨੂੰ ਦੋ ਭਾਗਾਂ 'ਚ ਅਸੀਂ ਵੰਡ ਸਕਦੇ ਹਾਂ, ਟੈਕਸ ਰਸੀਟਸ ਤੇ ਨਾਨ ਟੈਕਸ ਰਸੀਟਸ। ਟੈਕਸ ਰਸੀਟਸ ਬੇਟਾ ਜਿਹੜੀਆਂ ਜਿੰਨੀਆਂ ਵੀ ਟੈਕਸ ਤੋਂ ਆਮਦਨ ਹੁੰਦੀ ਹੈ ਸਾਰੀਆਂ ਉਹ ਆ ਜਾਣਗੀਆਂ। ਨਾਨ ਟੈਕਸ ਵਿੱਚ ਜਿਹੜੀਆਂ ਸਾਨੂੰ ਟੈਕਸ ਤੋਂ ਬਿਨਾ ਰਸੀਟਸ ਹੋਣਗੀਆਂ ਉਹ ਸਾਰੀਆਂ ਆਉਣਗੀਆਂ। ਫਸਟ ਆਫ ਆਲ ਅਸੀਂ ਟੈਕਸ ਰਸੀਟਸ ਬਾਰੇ ਪੜਾਂਗੇ ਕੀ ਹੁੰਦਾ ਇਹਦੇ ਵਿੱਚ। that part of revenue receipts which accrues to government in the form of taxes, ਜਿਹੜੀ ਕਿ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਆਮਦਨ ਪ੍ਰਾਪਤ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ? ਟੈਕਸ ਰਸੀਟਸ ਆਫ ਦਾ ਗਵਰਨਮੈਂਟ ਗੈਟਸ ਰੈਵਨਿਊ ਇਨ ਦਾ ਫਾਰਮ ਆਫ ਟੈਕਸ ਰਸੀਟਸ ਮੇਨਲੀ ਫਰੋਮ ਇਨਕਮ ਟੈਕਸ, ਕਾਰਪੋਰੇਸ਼ਨ, ਐਕਸਾਈਜ਼ ਡਿਊਟੀ, ਕਸਟਮ ਡਿਊਟੀ, ਗੁੱਡਸ ਐਂਡ ਸਰਵਿਸ ਟੈਕਸ। ਇਹਨਾਂ ਚੀਜ਼ਾਂ ਤੋਂ ਜਿਹੜੇ ਇਹ ਟੈਕਸ ਆ ਇਹਨਾਂ ਤੋਂ ਸਰਕਾਰ ਕੀ ਆ? ਟੈਕਸ ਰਸੀਟਸ ਪ੍ਰਾਪਤ ਕਰਦੀ ਹੈ। ਇੰਪੋਰਟੈਂਟ ਐਸਪੈਕਟਸ ਕਿਹੜੇ ਆ ਬੇਟਾ ਟੈਕਸ ਨਾਲ ਰਿਲੇਟਡ? ਫਸਟ ਆਫ ਆਲ ਮੀਨਿੰਗ ਐਂਡ ਡੈਫੀਨੇਸ਼ਨ ਆ ਟੈਕਸ ਦੀ। ਟੈਕਸ ਹੁੰਦਾ ਕੀ ਆ? Payment made by a person, firm or any institution unit under a legal compulsion to the government and for which a payment maker does not get any good or service directly from the government is known as tax। हाँ जी, टैक्स अजिही पेमेंट ਹੁੰਦੀ ਆ, ਅਜਿਹੀ ਦੇਣਦਾਰੀ ਹੁੰਦੀ ਆ ਜਿਹੜੀ ਕਿ ਕਿਸੇ ਵਿਅਕਤੀ, ਫਰਮ ਜਾਂ ਇੰਸਟੀਟਿਊਸ਼ਨ ਦੁਆਰਾ ਪੇਮੈਂਟ ਕੀਤੀ ਜਾਂਦੀ ਹੈ ਜਿਹੜੀ ਕਿ ਉਹਨਾਂ ਲਈ ਇੱਕ ਲੀਗਲ ਕੰਪਲਸ਼ਨ ਹੁੰਦੀ ਆ, ਮਤਲਬ ਕਿ ਕਾਨੂੰਨੀ ਬੰਦਸ਼ ਹੁੰਦੀ ਹੈ ਜਿਹੜੀ ਉਹਨਾਂ ਨੇ ਸਰਕਾਰ ਨੂੰ ਪੇ ਕਰਨੀ ਹੁੰਦੀ ਆ ਤੇ ਇਹਦੇ ਵਿੱਚ ਸਰਕਾਰ ਪੇਮੈਂਟ ਦੇ ਬਦਲੇ ਉਹਨਾਂ ਨੂੰ ਕੋਈ ਵੀ ਵਸਤੂ ਜਾਂ ਸੇਵਾ ਪ੍ਰਦਾਨ ਨਹੀਂ ਕਰਦੀ। ਠੀਕ ਆ ਜੀ। ਟੂ ਪੇ ਟੈਕਸ ਇਨ ਟਾਈਮ ਇਜ਼ ਰਿਸਪੌਂਸਿਬਲ ਟੂ ਟੈਕਸ ਪੇਅਰ। ਠੀਕ ਆ, ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਟੈਕਸ ਪੇਅਰ ਦੀ, ਟੈਕਸ ਆ ਜਿਹੜਾ ਟਾਈਮ ਤੇ ਦੇਣਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਬੇਟਾ ਉਹਨੂੰ ਕੀ ਆ? ਪੁਨਿਸ਼ਡ ਕੀਤਾ ਜਾਂਦਾ, ਮੀਨਸ ਕਿ ਪੁਨਿਸ਼ ਕੀਤਾ ਜਾਊਗਾ, ਉਹਨੂੰ ਕੀ ਸਜ਼ਾ ਦਿੱਤੀ ਜਾਊਗੀ। ਤਾਂ ਅਨਾਤੋਲ ਮੁਰਾਦ ਦੁਆਰਾ ਜਿਹੜੀ ਟੈਕਸ ਦੀ ਡੈਫੀਨੇਸ਼ਨ ਆ ਗਿਵਨ ਆ, a tax is a compulsory payment made by a person or firm or government without reference to any benefit the payer may derive from the government। हाँ जी, टैक्स एक अजिही कंपलसरी पेमेंट ਹੁੰਦੀ ਹੈ ਜਿਹੜੇ ਵਿਅਕਤੀ ਦੁਆਰਾ ਜਾਂ ਫਰਮ ਦੁਆਰਾ ਸਰਕਾਰ ਨੂੰ ਦਿੱਤੀ ਜਾਂਦੀ ਹੈ ਜਿਹਦੇ ਬਦਲੇ ਸਰਕਾਰ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਭ ਨਹੀਂ ਦਿੰਦਾ। ਠੀਕ ਬੱਚੇ, ਨੈਕਸਟ ਸਾਡਾ ਆ ਗਿਆ ਫੀਚਰਸ ਆਫ ਟੈਕਸ। ਟੈਕਸ ਦੇ ਨੇਚਰ ਕੀ ਆ? ਕੰਪਲਸਰੀ ਪੇਮੈਂਟ ਆ ਫਸਟ ਆਫ ਆਲ ਕੀ ਆ? ਇਹ ਕੰਪਲਸਨ ਹੁੰਦੀ ਹੈ, ਮਤਲਬ ਕਿ ਹਰ ਇੱਕ ਵਿਅਕਤੀ ਲਈ ਇਹ ਜ਼ਰੂਰੀ ਹੁੰਦਾ ਵੀ ਉਹਨੇ ਟੈਕਸ ਜਿਹੜੀ ਲਗਾਇਆ ਗਿਆ, ਇੰਪੋਜ਼ ਕੀਤਾ ਗਿਆ ਸਰਕਾਰ ਦੁਆਰਾ, ਉਹ ਪੇ ਕਰਨਾ ਵਾ। ਨੋ ਸਪੈਸ਼ਲ ਬੈਨੀਫਿਟ ਦਾ ਟੈਕਸ ਪੇਅਰ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਸਪੈਸ਼ਲ ਬੈਨੀਫਿਟ ਨਹੀਂ ਦਿੱਤਾ ਜਾਂਦਾ, ਮੀਨਸ ਕਿ ਇਹਦੇ ਬਦਲੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਮੋਟਿਵ ਟੂ ਪਬਲਿਕ ਵੈਲਫੇਅਰ, ਜਿਹੜਾ ਟੈਕਸ ਆ ਬੇਟਾ ਉਹ ਕਿਹੜੀ ਚੀਜ਼ ਲਈ ਲਿਆ ਜਾਂਦਾ ਵਾ? ਤਾਂ ਕਿ ਜਿਹੜੇ ਗਰੀਬ ਲੋਕ ਆ, ਠੀਕ ਆ, ਅਮੀਰ ਲੋਕਾਂ ਤੋਂ ਟੈਕਸ ਕਲੈਕਟ ਕਰਕੇ ਗਰੀਬ ਲੋਕਾਂ ਦੀ ਭਲਾਈ 'ਚ ਲਗਾਇਆ ਜਾ ਸਕੇ। ਠੀਕ ਆ। ਤੇ ਨੈਕਸਟ ਸਾਡਾ ਆ ਗਿਆ ਰਿਸਪੌਂਸਿਬਿਲਿਟੀ ਫॉर ਟੈਕਸ ਪੇਮੈਂਟ। ਜਿਹੜੀ ਰਿਸਪੌਂਸਿਬਿਲਿਟੀ ਹੁੰਦੀ ਆ ਟੈਕਸ ਪੇ ਕਰਨ ਦੀ, ਉਹ ਕੀ ਆ? ਇੱਕ ਜ਼ਿੰਮੇਵਾਰੀ ਹੁੰਦੀ ਆ। ਜੇਕਰ ਕੋਈ ਨਹੀਂ ਪੇ ਕਰਦਾ ਤਾਂ ਉਹਨੂੰ ਕੀ ਆ ਬੇਟਾ? ਲਾਇਬਲ ਟੂ ਲੀਗਲ ਪਨਿਸ਼ਮੈਂਟ, ਤਾਂ ਉਹਨੂੰ ਪਨਿਸ਼ਮੈਂਟ ਮਿਲਦੀ ਆ। ਲੀਗਲ ਪ੍ਰੋਸੀਜਰ ਹੁੰਦਾ ਵਾ ਸਰਕਾਰ ਦੁਆਰਾ ਟੈਕਸ ਜਿਹੜਾ ਇੱਕ ਲੀਗਲ ਪ੍ਰੋਸੀਜਰ ਦੇ ਅੰਡਰ ਕਲੈਕਟ ਕੀਤਾ ਜਾਂਦਾ ਤੇ ਸਪੈਂਡਿੰਗ ਵੀ, ਮਤਲਬ ਕਿ ਜੇ ਸਰਕਾਰ ਇਹਨੂੰ ਖਰਚ ਕਰ ਰਹੀ ਹੈ ਉਹਦੇ ਲਈ ਵੀ ਇੱਕ ਲੀਗਲ ਪ੍ਰੋਸੀਜਰ ਹੀ ਰੱਖਿਆ ਜਾਂਦਾ ਵਾ। ਟੈਕਸ ਦੀ ਕਲਾਸੀਫਿਕੇਸ਼ਨ ਆ ਪ੍ਰੋਗਰੈਸਿਵ, ਰਿਗਰੈਸਿਵ ਐਂਡ ਪ੍ਰੋਪੋਰਸ਼ਨਲ ਟੈਕਸ। ਪ੍ਰੋਗਰੈਸਿਵ ਬੇਟਾ ਟੈਕਸ ਕਿਹੜਾ ਹੁੰਦਾ ਵਾ? ਜੇਕਰ ਸਾਡਾ ਜਿਹੜਾ ਟੈਕਸ ਬੇਸ ਆ, ਟੈਕਸ ਬੇਸ ਮੰਨ ਕੇ ਚੱਲਿਆ ਵਾ, ਉਹਦੇ ਅਕੋਰਡਿੰਗ ਜੇ ਸਾਡਾ ਟੈਕਸ ਰੇਟ ਇਨਕਰੀਜ਼ ਹੋ ਰਿਹਾ ਵਾ ਤਾਂ ਉਹਨੂੰ ਅਸੀਂ ਕੀ ਕਵਾਂਗੇ? ਪ੍ਰੋਗਰੈਸਿਵ ਟੈਕਸ। ਐਗਜ਼ਾਮਪਲ ਦਿੱਤੀ ਗਈ ਆ ਵੀ ਜੇ ਇੱਕ ਵਿਅਕਤੀ ਦੀ ਜਿਹੜੀ ਆਮਦਨ ਆ ਪਹਿਲਾਂ 10,000 ਸੀ, ਉਹਦੇ 5% ਟੈਕਸ ਲੱਗਿਆ। ਠੀਕ ਆ, ਜਦੋਂ ਉਹਦੀ ਆਮਦਨ ਵੱਧ ਕੇ 20,000 ਹੋ ਗਈ ਤਾਂ 10% ਟੈਕਸ ਹੋ ਗਿਆ ਤੇ ਜਦੋਂ ਉਹਦੀ ਆਮਦਨ 30,000 ਹੋ ਗਈ ਤਾਂ 15% ਹੋ ਗਿਆ। ਇਟ ਮੀਨਸ ਕਿ ਜੇ ਅਸੀਂ ਇਨਕਮ ਜਿਵੇਂ ਜਿਵੇਂ ਉਹਦੀ ਵੱਧ ਰਹੀ ਹੈ ਵਿਅਕਤੀ ਦੀ, ਉਹਦੇ ਹਿਸਾਬ ਨਾਲ ਕੀ ਆ ਅਸੀਂ ਟੈਕਸ ਜਿਹੜਾ ਆਪਣਾ ਰੇਟ ਇਨਕਰੀਜ਼ ਕਰ ਰਹੇ ਹਾਂ, ਇਹਨੂੰ ਆਪਾਂ ਕੀ ਕਹਿੰਦੇ ਆ? ਪ੍ਰੋਗਰੈਸਿਵ ਟੈਕਸ। ਨੈਕਸਟ ਜਿਹੜਾ ਆ ਗਿਆ ਰਿਗਰੈਸਿਵ ਟੈਕਸ। ਰਿਗਰੈਸਿਵ ਕੀ ਹੁੰਦਾ ਬੱਚੇ? ਜਦੋਂ ਅਸੀਂ ਜਿਹੜਾ ਰੇਟ ਆਫ ਟੈਕਸ ਆ ਜਿਹੜਾ ਉਹ ਡਿਕਰੀਜ਼ ਕਰ ਦਿੰਦੇ ਆ ਜਿਵੇਂ ਜਿਵੇਂ ਸਾਡਾ ਟੈਕਸ ਜਿਹੜਾ ਟੈਕਸ ਬੇਸ ਮੰਨ ਕੇ ਚੱਲਿਆ, ਜਿਵੇਂ ਇਨਕਮ ਨੂੰ ਮੰਨ ਕੇ ਚੱਲਿਆ ਆਪਾਂ, ਉਹ ਇਨਕਰੀਜ਼ ਹੁੰਦਾ ਵਾ। ਮੀਨਸ ਕਿ ਜੇ ਸਾਡੀ ਇਨਕਮ ਆ, ਜਿਵੇਂ ਮੰਨ ਲਓ ਇੱਥੇ 10,000 ਇਨਕਮ ਸੀਗੀ ਸਾਡੀ, ਠੀਕ ਆ, 10,000 ਤੇ 5% ਟੈਕਸ ਆ। ਜਦੋਂ ਸਾਡੀ 20,000 ਹੋ ਗਈ ਸਾਡਾ 4% ਹੋ ਗਿਆ, ਜਦੋਂ 30,000 ਹੋ ਗਈ ਸਾਡਾ 3% ਹੋ ਗਿਆ। ਇਟ ਮੀਨਸ ਕਿ ਜਿਵੇਂ ਜਿਵੇਂ ਸਾਡਾ ਇਨਕਮ ਇਨਕਰੀਜ਼ ਹੋ ਰਹੀ ਹੈ ਸਾਡਾ ਟੈਕਸ ਰੇਟ ਆ ਜਿਹੜਾ ਘਟ ਰਿਹਾ, ਤਾਂ ਇਹਨੂੰ ਆਪਾਂ ਕੀ ਕਹਾਂਗੇ? ਰਿਗਰੈਸਿਵ ਟੈਕਸ। ਨੈਕਸਟ ਸਾਡਾ ਆ ਗਿਆ ਪ੍ਰੋਪੋਰਸ਼ਨਲ ਟੈਕਸ। ਪ੍ਰੋਪੋਰਸ਼ਨਲ ਟੈਕਸ ਕਿਹੜਾ ਹੁੰਦਾ ਬੇਟਾ? ਇਫ ਦ ਰੇਟ ਆਫ ਟੈਕਸ ਰਿਮੇਨਸ ਸੇਮ ਐਟ ਐਵਰੀ ਲੈਵਲ ਆਫ ਟੈਕਸ ਬੇਸ। ਮੀਨ ਕਿ ਜਦੋਂ ਸਾਡਾ ਜਿਹੜਾ ਟੈਕਸ ਬੇਸ ਕੋਈ ਵੀ ਹੋਵੇ, ਚਾਹੇ ਘਟ ਜੇ ਚਾਹੇ ਵੱਧ ਜੇ, ਜਿਹੜਾ ਸਾਡਾ ਟੈਕਸ ਰੇਟ ਆ ਉਹ ਸੇਮ ਹੀ ਰਹਿੰਦਾ ਵਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਪ੍ਰੋਪੋਰਸ਼ਨਲ ਟੈਕਸ। एग्जाम्पल दी हुई आ
ਵੀ ਇਕਨੋਮੀ 'ਚ ਆਰਥਿਕਤਾ 'ਚ ਕੋਈ ਵੀ ਵਿਅਕਤੀ ਹੋਵੇ ਉਹਦੀ ਕਿੰਨੀ ਵੀ ਇਨਕਮ ਆ ਉਹਦੇ ਤੇ ਕੀ ਆ 5% ਹੀ ਟੈਕਸ ਲੱਗੂਗਾ। ਠੀਕ ਆ, ਤਾਂ ਅਜਿਹੇ ਟੈਕਸ ਨੂੰ ਆਪਾਂ ਕੀ ਕਹਾਂਗੇ? ਪ੍ਰਪੋਰਸ਼ਨਲ ਟੈਕਸ। ਆਈ ਹੋਪ ਬੇਟਾ ਜਿਹੜਾ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਜ਼ਰੂਰੀ ਮੈਸੇਜ ਇਹ ਆ ਕਿ ਸਾਰੇ ਬੱਚਿਆਂ ਨੇ ਵੀਡੀਓਜ਼ ਨੂੰ ਦੇਖਣਾ ਵਾ, ਠੀਕ ਆ, ਧਿਆਨ ਨਾਲ ਸਮਝਣਾ ਵਾ। ਤੁਹਾਡੇ ਅੱਗੇ ਰੈਗੂਲਰਲੀ ਜਿਹੜੇ ਵੀਕਲੀ ਟੈਸਟ ਲਏ ਜਾਣਗੇ ਤਾਂ ਉਹਦੇ ਵਿੱਚ ਤੁਹਾਡੇ ਲਈ ਇਹ ਬਹੁਤ ਹੈਲਪਫੁਲ ਹੋਣਗੀਆਂ ਵੀਡੀਓਜ਼। ਆਈ ਹੋਪ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਬੇਟਾ। ਠੀਕ ਆ।